ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਗੁਰਮੁਖਾਂ ਦੇ ਰਾਹੀਂ ਸਮੂਹ ਸੰਗਤ ਨੂੰ ਉਦਮ ਬਖਸ਼ਿਆ ਗੁਰਬਾਣੀ ਨੂੰ ਵਿਚਾਰਨ ਦਾ, ਗੁਰਬਾਣੀ ਨੂੰ ਸਮਝਣ ਦਾ, ਗੁਰਬਾਣੀ ਨੂੰ ਪੜ੍ਹਨ ਦਾ। ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ। ਮਹੱਲਾ ਪਹਿਲਾ। श्याम कहे से तंबर स्वामी सच में आछै साच रहै, सबको सच समावै। रिग कहे रहया भरपूर, राम नाम देवा मैं सूर। नाय लय पराछत जाए, तो नानक मोख अंतर पाए। जुज में जोर छली चंद्रावल, कान कृष्ण जादम पया। पार जात गोपी ले आया, बिंद्रा बन में रंग किया। कल में भेद अथर्वण हुआ, नाव खदाई अलो पया। नील बस्त्र लै कपड़े पहरे, तुरख पठानी अमल किया। चारे भेद होए सचियार, परे गुणे तिन चार विचार। भौ भगत कर नीच सदाए, तो नानक मोखंतर पाए। चारे वेद होए सचियार, पढ़े गुणे तिन चार विचार। भौ भगत कर नीच सदाए, तो नानक मोखंतर पाए। धन गुरु नानक पातशाह ਬਖਸ਼ਿਸ਼ ਕਰਦੇ ਆ। ਇਸ ਸ਼ਬਦ ਵਿੱਚ ਗੁਰੂ ਨਾਨਕ ਪਿਤਾ ਜੀ ਚਾਰ ਵੇਦਾਂ ਦੀ ਜੋ ਸਨਾਤਨ ਧਰਮ ਦੇ ਮੁਤਾਬਕ ਚਾਰ ਵੇਦ ਆ ਜੋ ਲਿਖੇ ਗਏ ਆ, ਉਹ ਅਲੱਗ ਅਲੱਗ ਯੁੱਗ ਦਾ ਅਲੱਗ ਅਲੱਗ ਵੇਦ ਆ। ਮੈਂ ਪਿਛਲੇ ਸ਼ਬਦ ਦੇ ਵਿੱਚ ਆਪਾਂ ਨੂੰ ਸਮਝਾਇਆ ਸੀ ਵੀ ਜਿਹੜੇ ਚਾਰ ਯੁੱਗ ਸੀ ਉਹ ਇੱਕੋ ਹੀ ਜੀਵਨ ਦੀਆਂ, ਹਰ ਇੱਕ ਜੀਵ ਦੀਆਂ ਚਾਰ ਅਵਸਥਾ ਸੀ। ਉਸ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸਮਝਾਇਆ ਸੀ। ਅਤੇ ਇਸ ਸ਼ਬਦ ਦੇ ਵਿੱਚ ਉਹੀ ਯੁੱਗਾਂ ਦੀ ਗੱਲ ਕਰਦੇ ਆ, ਪਰ ਯੁੱਗਾਂ ਦੀ ਗੱਲ ਕਰਦੇ ਆ ਵੀ ਵੇਦਾਂ ਨੇ ਅਲੱਗ ਅਲੱਗ ਯੁੱਗ ਨੂੰ ਕਿਸ ਤਰ੍ਹਾਂ ਵੰਡਿਆ ਸੀ, ਉਹਦੇ ਵਿੱਚ ਕਿਸ ਤਰ੍ਹਾਂ ਵੇਦਾਂ ਦੇ ਵਿੱਚ ਲਿਖਿਆ, ਕੀ ਦੱਸਿਆ। ਅਤੇ ਅਖੀਰ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਜੋ ਸਮਝ ਬਖਸ਼ਦੇ ਆ ਉਹ ਸਮਝਾਉਂਦੇ ਆ। ਸਾਮ ਕਹੇ ਸੇ ਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹੇ। ਸ਼ਾਮ ਵੇਦ ਆ ਜੋ ਸਤਯੁੱਗ ਦੇ ਵਿੱਚ ਲਿਖਿਆ ਗਿਆ, ਜੋ ਸਤਯੁੱਗ ਵਿੱਚ ਹੀ ਪ੍ਰਸਿੱਧ ਸੀ, ਜਿਸ ਨੂੰ ਸਤਯੁੱਗ ਦੇ ਵਿੱਚ ਮੰਨਿਆ ਜਾਂਦਾ ਸੀ, ਪੂਜਿਆ ਜਾਂਦਾ ਸੀ, ਜੋ ਸ਼ਾਮ ਵੇਦ ਆ। ਇਸ ਦੇ ਵਿੱਚ ਪਾਤਸ਼ਾਹ ਸਮਝਾਉਂਦੇ ਆ ਵੀ ਸ਼ਾਮ ਕਹੇ ਸਿਤੰਬਰ, ਸਿਤੰਬਰ ਵੀ ਚਿੱਟੇ ਰੰਗ ਦਾ, ਜਾਣੀ ਕਿ ਉਸ ਪਰਮਾਤਮਾ ਨੂੰ ਚਿੱਟੇ ਰੰਗ ਨਾਲ, ਜਿਵੇਂ ਆਪਾਂ ਪ੍ਰਕਾਸ਼ ਦਾ ਰੰਗ ਜੋ ਸਾਨੂੰ ਦਿਖਦਾ ਉਹ ਚਿੱਟਾ, ਅਤੇ ਅਸੀਂ ਉਦੋਂ ਇਹ ਸਤਯੁੱਗ ਦੇ ਵਿੱਚ ਵੀ ਜੋ ਪਰਮਾਤਮਾ ਉਸਨੂੰ ਪ੍ਰਕਾਸ਼ ਰੂਪ ਚਿੱਟੇ ਰੰਗ ਦੇ ਨਾਲ, ਚਿੱਟੇ ਰੰਗ ਦਾ ਵੀ ਪਰਮਾਤਮਾ ਉਹ ਮੰਨਿਆ ਜਾਂਦਾ ਸੀ। ਅਤੇ ਲੋਕ ਕੀ ਸੱਚ ਬੋਲਦੇ ਸੀ ਅਤੇ ਸੱਚੇ ਹੀ ਉਹਨਾਂ ਦਾ ਆਚਾਰ ਸੀ। ਅਤੇ ਇਸ ਤਰ੍ਹਾਂ ਨਹੀਂ ਸੀ ਵੀ ਆਚਾਰ ਨਹੀਂ ਸੱਚਾ ਸੀ, ਪਰ ਸੱਚ ਬੋਲਦੇ ਸੀ। ਅਤੇ ਸੱਚ ਮੈਂ ਆਛੈ ਸਾਚ ਰਹੇ, ਸੱਚਾ ਹੀ ਆਚਾਰ ਸੀ ਅਤੇ ਸੱਚ ਬੋਲਦੇ ਸੀ। ਸਭ ਕੋ ਸੱਚ ਸਮਾਵੇ, ਅਤੇ ਸਾਰੇ ਅਖੀਰ ਨੂੰ ਜੀਵਨ ਦੇ ਵਿੱਚ ਉਹ ਸੱਚ 'ਚ ਸਮਾ ਜਾਂਦੇ ਸੀ, ਉਸ ਦਾ ਹੀ ਰੂਪ ਹੋ ਜਾਂਦੇ ਸੀ। ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ। ਹੁਣ ਉਸ ਤੋਂ ਬਾਅਦ ਪਾਤਸ਼ਾਹ ਜੀ ਤ੍ਰੇਤੇ ਯੁੱਗ ਦੇ ਵਿੱਚ ਸੀ, ਜੋ ਉਦੋਂ ਸੀ ਰਿਗਵੇਦ।
ਉਹ ਰਿਗਵੇਦ ਨੂੰ ਤ੍ਰੇਤੇ ਯੁੱਗ ਦੇ ਵਿੱਚ ਪੂਜਿਆ ਜਾਂਦਾ ਸੀ, ਉਸ ਨੂੰ ਸਾਰਿਆਂ ਤੋਂ ਉੱਤਮ ਮੰਨਦੇ ਸੀ। ਰਿਗ ਕਹੇ ਰਹਿਆ ਭਰਪੂਰ। ਰਿਗਵੇਦ ਕਹਿੰਦਾ ਵੀ ਉਹ ਪਰਮਾਉਸ ਦੇ ਵਿੱਚ ਇਹ ਉਚਾਰਿਆ ਹੋਇਆ ਦੱਸਿਆ ਗਿਆ। ਪਾਤਸ਼ਾਹ ਜੀ ਸਾਨੂੰ ਨਿਚੋੜ ਦੱਸਦੇ ਆ ਵੇਦਾਂ ਦਾ, ਬਈ ਜਿਹੜਾ ਵਾਹਿਗੁਰੂ ਜੀ ਆ ਭਰਪੂਰ ਆ। ਭਰਪੂਰ ਕੀ? ਭਰਿਆ ਪਿਆ, ਪੂਰਿਆ ਹੋਇਆ, ਹਰ ਇੱਕ ਜਗ੍ਹਾ ਪੂਰਨ ਆ। ਉਹ ਸਭ ਇੱਕ ਜਗ੍ਹਾ, ਹਰ ਇੱਕ ਜਗ੍ਹਾ ਭਰਿਆ ਹੋਇਆ ਤੇ ਪੂਰਿਆ ਹੋਇਆ ਆ। ਤੇ ਰਾਮ ਨਾਮ ਦੇਵਾ ਮੈਂ ਸੂਰ। ਤੇ ਉਦੋਂ ਰਾਮ ਜੀ ਨੂੰ, ਜਿਹਨੂੰ ਸਾਰਿਆਂ ਦੇਵਤਿਆਂ ਦੇ ਵਿੱਚੋਂ ਉੱਤਮ ਮੰਨਦੇ ਸੀ ਉਹ, ਜਿਵੇਂ ਸੂਰਜ ਸਾਰਿਆਂ ਨਾਲੋਂ ਵੱਧ ਉਹਦੀ ਰੋਸ਼ਨੀ ਆ, ਵੱਧ ਚਮਕਾ, ਇਸ ਤਰ੍ਹਾਂ ਸੂਰਜ ਵਾਂਗੂ ਉਹ ਸਾਰਿਆਂ ਨੂੰ ਉੱਤਮ ਮੰਨ ਕੇ ਉਸ ਤਰ੍ਹਾਂ ਉਸ ਨੂੰ ਮੰਨਿਆ ਜਾਂਦਾ ਸੀ। ਨਾਏ ਲਿਆ ਪ੍ਰਾਸ਼ਤ ਜਾਹੇ। ਤੇ ਨਾਮ ਲੈਣ ਦੇ ਨਾਲ ਪ੍ਰਾਸ਼ਤ ਪਾਪ ਚਲੇ ਜਾਂਦੇ ਸੀ। ਰਾਮ ਦਾ ਨਾਮ ਲੈਣ ਦੇ ਨਾਲ ਪ੍ਰਾਸ਼ਤ ਕੀ ਆ? ਪਾਪ, ਜੀਵ ਦੇ ਪਾਪ ਸੀ ਉਹ ਖਤਮ ਹੋ ਜਾਂਦੇ ਸੀ ਜਦੋਂ ਉਹ ਰਾਮ ਦਾ ਨਾਮ ਲੈਂਦਾ ਸੀ ਜਾਂ ਨਾਮ ਜਪਦਾ ਸੀ। ਨਾਨਕ ਤੋ ਮੋਖ ਅੰਤਰ ਪਾਹੇ। ਤਾਂ ਰਿਗਵੇਦ ਆਖਦਾ ਵੀ ਇਸ ਢੰਗ ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਜੀਵ ਕੀ ਮੋਖ ਅੰਤਰ ਪਾਹੇ। ਤੇ ਉਦੋਂ ਜੀਵ ਕੀ ਮੁਕਤੀ ਦਾ ਦਰ ਪ੍ਰਾਪਤ ਕਰ ਲੈਂਦਾ ਸੀ। ਉਸ ਤੋਂ ਬਾਅਦ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਯੁਜੁਰਵੇਦ ਜੋ ਦੁਆਪਰ ਵਿੱਚ ਮੰਨਿਆ ਜਾਂਦਾ ਸੀ, ਪੂਜਿਆ ਜਾਂਦਾ ਸੀ, ਉਸ ਦੇ ਵਿੱਚ ਜੋ ਜੋਰ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਵੀ ਕਾਨ ਸੀ ਜੋ ਕ੍ਰਿਸ਼ਨ ਜੀ ਭਗਵਾਨ ਸੀ, ਜੋ ਉਸ ਉਹਨਾਂ ਦਾ ਛੋਟਾ ਨਾਮ ਕਾਨ ਸੀ, ਉਹਨਾਂ ਨੂੰ ਕਿਹਾ ਜਾਂਦਾ। ਤੇ ਜਾਦਮ ਭਇਆ, ਜਾਦਮ ਕੁਲ ਵਿੱਚੋਂ ਪ੍ਰਗਟ ਹੋਏ ਸੀ, ਜਿਸ ਦੇ ਜੁਜ ਮੈਂ ਜੋਰ ਛਲੀ ਚੰਦਰਾਵਨ ਕਾਨ ਕ੍ਰਿਸ਼ਨ ਜਾਦਮ ਭਇਆ। ਕ੍ਰਿਸ਼ਨ ਜੀ ਨੇ ਦੁਆਪਰ ਵਿੱਚ ਛਲੀ ਚੰਦਰਾਵਲ ਨੂੰ ਆਪਦੀ ਜ਼ੋਰ ਨਾਲ, ਜੋ ਗੋਪੀ ਸੀ ਉਸ ਨੂੰ ਮੋਹਿਆ ਸੀ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਉਹ ਗੋਪੀਆਂ ਲਈ ਪਾਰ ਜਾਤ ਦਾ ਦਰਖਤ ਉਦੋਂ ਮੰਨਿਆ ਜਾਂਦਾ ਸੀ, ਜੋ ਪਾਰ ਜਾਤ ਦਾ ਦਰਖਤ ਆ ਬਈ ਉਹ ਹਰ ਇੱਕ ਇੱਛਾ ਜੋ ਉਹਦੇ ਥੱਲੇ ਬੈਠ ਕੇ ਜੀਵ ਕਰੇ ਤਾਂ ਪੂਰੀ ਕਰਦਾ। ਤੇ ਜਦੋਂ ਉਹ ਕ੍ਰਿਸ਼ਨ ਜੀ ਲੈ ਕੇ ਆਏ ਸੀ ਤੇ ਬਿੰਦਰਾ ਬਨ ਮੈਂ ਰੰਗ ਕੀਆ, ਤੇ ਬਿੰਦਰਾ ਬਨ ਦੇ ਵਿੱਚ ਲੀਲਾ ਵਰਤਾਈ ਸੀ। ਜਦੋਂ ਇਸ ਸ਼ਬਦ ਨੂੰ ਪੜ੍ਹਦੇ ਸੀ ਤਾਂ ਇਸ ਦੀ ਕੋਈ ਸਮਝ ਨਹੀਂ ਪੈਂਦੀ ਸੀ, ਕਿਉਂਕਿ ਦੋ ਵੀਕ ਦੇ ਵਿੱਚ ਇੱਕੋ ਹੀ ਸ਼ਬਦ ਦਾ ਅਭਿਆਸ ਗੁਰਮੁਖਾਂ ਕਰੀਓ ਹੁਕਮ ਸੀ ਵੀ ਕਰਨਾ ਆ। ਤੇ ਅੱਜ ਜਦੋਂ ਅੰਮ੍ਰਿਤਪਾਲ ਖਾਲਸਾ ਜੀ ਨਾਲ ਵਿਚਾਰ ਹੋਈ ਇਸ ਸ਼ਬਦ ਬਾਰੇ, ਫਿਰ ਉਹਨਾਂ ਨੇ ਇਹ ਸਮਝ ਬਖਸ਼ੀ ਥੋੜ੍ਹੀ ਜਿਹੀ, ਬਈ ਤੁਸੀਂ ਇਸ ਤਰ੍ਹਾਂ ਅਰਥ ਕਰੋ ਵੀ ਜਿਹੜਾ ਗੋਪੀ ਆ ਉਹ ਸੇਵਕ ਆ, ਜਿਹੜਾ ਪਾਰ ਜਾਤ ਆ ਇਹ ਇੱਕ ਅਵਸਥਾ ਆ, ਤੇ ਬਿੰਦਰਾਵਨ ਕੀ ਆ? ਬੇਗਮਪੁਰਾ ਆ। ਤੇ ਫਿਰ ਜਦੋਂ ਇਸ ਤਰ੍ਹਾਂ ਇਹ ਤਿੰਨ ਚੀਜ਼ਾਂ ਦੇ ਉਹਨਾਂ ਨੇ ਅਰਥ ਦੱਸੇ, ਤਾਂ ਇਸ ਤਰ੍ਹਾਂ ਇਹ ਦੋ ਪੰਗਤੀਆਂ ਨੂੰ ਪੜ੍ਹਿਆ ਤਾਂ ਜਿਹੜਾ ਮਨ ਸੀ ਉਹ ਮਨ ਦੇ ਵਿੱਚ ਇਹ ਗੱਲ ਦੀ ਸਾਰੀ ਥੋੜ੍ਹੀ ਸਮਝ ਮਹਾਰਾਜ ਨੇ ਬਖਸ਼ੀ, ਫਿਰ ਜਿੰਨੇ ਕਿਣਕਾ ਮਾਤਰ ਬਖਸ਼ਿਆ। ਫਿਰ ਇਸ ਤਰ੍ਹਾਂ ਆਇਆ ਵੀ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਬਈ ਦੁਆਪਰ ਦੇ ਵਿੱਚ ਜੋ ਕ੍ਰਿਸ਼ਨ ਭਗਵਾਨ ਸੀ, ਜੋ ਜਾਦਮਾਂ ਦੀ ਕੁੱਲ 'ਚ ਪੈਦਾ ਹੋਈ ਸੀ, ਜਿਨ੍ਹਾਂ ਦਾ ਨਾਂ ਕਾਨ ਵੀ ਸੀ, ਉਹਨਾਂ ਨੇ ਕਿਹਨੂੰ ਛਲਿਆ? ਚੰਦਰਾਵਲ। ਚੰਦਰਾਵਲ ਜੋ ਹਨੇਰਾ ਸੀ, ਹਨੇਰਾ ਰੂਪ ਮਾਇਆ ਸੀ ਜਿਹੜਾ,
ਉਹਨਾਂ ਨੇ ਉਹ ਸਾਰੀ ਮਾਇਆ ਨੂੰ, ਕਿਉਂਕਿ ਮਾਇਆ ਲੋਕਾਂ ਨੂੰ ਛੱਲਦੀ ਆ, ਉਹਨਾਂ ਨੇ ਮਾਇਆ ਨੂੰ ਛੱਲ ਕੇ ਆਪਦੇ ਕੰਟਰੋਲ 'ਚ ਕਰ ਲਿਆ। ਫਿਰ ਕੀ ਹੋਇਆ, ਪਾਰ ਜਾਤ ਗੋਪੀ ਲੈ ਆਇਆ। ਫਿਰ ਜਿਹੜੇ ਗੋਪੀ ਉਹਨਾਂ ਦੇ ਸੇਵਕ ਸੀ, ਉਹਨਾਂ ਨਾਲ ਪ੍ਰੇਮ ਕਰਦੇ ਸੀ, ਉਹਨਾਂ ਨੂੰ ਉਹ ਪਾਰਜਾਤ ਕੀ ਜਿੱਥੇ ਸਾਰੀ ਇੱਛਾ ਪੂਰੀ ਹੋ ਜਾਂਦੀ ਆ, ਉਸ ਅਵਸਥਾ ਦੇ ਵਿੱਚ ਲੈ ਗਏ। ਜਦੋਂ ਉਹ ਉਸ ਅਵਸਥਾ ਦੇ ਵਿੱਚ ਚਲੇ ਗਏ ਜਿੱਥੇ ਪਾਰਜਾਤ ਹਰ ਇੱਕ ਇੱਛਾ ਪੂਰੀ ਹੋ ਜਾਂਦੀ, ਉਹਨਾਂ ਦੇ ਸੇਵਕ, ਤਾਂ ਬੇਗਮਪੁਰਾ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਰੰਗ ਰਲੀਆਂ ਬਣਾਈਆਂ, ਕਿਉਂਕਿ ਉੱਥੇ ਸਾਰੇ ਜੀਵ ਕੀ ਆ, ਇੱਕ ਰੂਪ ਆ। ਬੇਗਮਪੁਰਾ ਦੇ ਵਿੱਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਅਤੇ ਹਰ ਜੰਦ ਇੱਕ ਹੀ ਹੋ ਜਾਂਦੇ ਆ ਉੱਥੇ। ਅਤੇ ਫਿਰ ਬੜਾ ਆਨੰਦ ਆਇਆ ਜਦੋਂ ਉਹਨਾਂ ਨੇ ਆਹ ਤਿੰਨਾਂ ਦੇ ਅਰਥ ਦੱਸੇ ਆ। ਅਤੇ ਕਲ ਮੈਂ ਵੇਦ ਅਥਰਵਣ ਹੂਆ, ਨਾਉ ਖਦਾਈ ਅਲਹੋ ਪਿਆ। ਹੁਣ ਇੱਥੇ ਕਲਯੁਗ ਦੇ ਵਿੱਚ ਕੀ ਅਥਰਵਣ ਵੇਦ ਹੋਇਆ। ਕਲ ਮੈਂ ਵੇਦ ਅਥਰਵਣ ਹੂਆ, ਉਹਨਾਂ ਨੇ ਕਲਯੁਗ ਦੇ ਵਿੱਚ ਕੀ ਅਥਰਵਣ ਵੇਦ ਸੀ, ਜਦੋਂ ਇਹ ਸਨਾਤਨ ਧਰਮ ਮੁਤਾਬਕ ਉਹਨੂੰ ਪ੍ਰਧਾਨਤਾ ਦਿੱਤੀ, ਉਹਨੂੰ ਮੰਨਿਆ ਜਾਂਦਾ ਸੀ ਮੁਖੀ। ਅਤੇ ਉਦੋਂ ਕੀ ਸੀ, ਨਾਉ ਖੁਦਾਈ ਅੱਲੋ ਭਿਆ। ਉਦੋਂ ਉਸ ਪਰਮਾਤਮਾ ਦਾ ਜੋ ਮਾਲਕ ਸੀ, ਖੁਦਾ ਸੀ, ਉਹਦਾ ਜੋ ਗੁਣ ਸੀ ਖੁਦਾਈ, ਉਹਦਾ ਨਾਂ ਕੀ, ਉਦੋਂ ਅੱਲਾ ਦੇ ਨਾਂ ਨਾਲ ਉਹਨੂੰ ਉਚਾਰਨ ਲੱਗ ਗਏ। ਅਤੇ ਉਦੋਂ ਅੱਲਾ ਅੱਲਾ ਦਾ ਨਾਮ ਵਾਹਿਗੁਰੂ ਜੀ ਨੂੰ ਦਿੱਤਾ ਉਹਨਾਂ ਨੇ। ਉਦੋਂ ਉਹ ਲਿਖਾਈ ਸੀ ਜਿਹੜੀ ਅੱਲਾ ਦੇ ਨਾਮ ਨਾਲ, ਉਸ ਵਾਹਿਗੁਰੂ ਇੱਕ ਹੀ ਆ ਜੋ ਉਹਨੂੰ ਜਪਦੇ ਸੀ। ਅਤੇ ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਉਦੋਂ ਉਹ ਨੀਲੇ ਰੰਗ ਦੇ ਕੱਪੜੇ ਪਾਉਂਦੇ ਸੀ, ਅਤੇ ਤੁਰਕ ਪਠਾਣੀ, ਤੁਰਕਾਂ ਦਾ ਰਾਜ ਸੀ, ਮੁਸਲਮਾਨਾਂ ਦਾ ਅਤੇ ਪਠਾਣਾਂ ਦਾ, ਤੁਰਕਾਂ ਦਾ ਰਾਜ ਸੀ। ਅਤੇ ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਹੁਣ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਵੀ ਚਾਰੇ ਵੇਦ, ਜਿਹੜੇ ਚਾਰੇ ਵੇਦ ਆ, ਜੋ ਵੀ ਜੀਵ ਪੜ੍ਹਦਾ ਆ, ਵੀ ਇਹ ਚਾਰੇ ਵੇਦ ਹੋਏ ਸਚਿਆਰ, ਇਹ ਸੱਚੇ ਆ। ਪਹਿਲਾਂ ਤਾਂ ਇਹ ਸਮਝਾਉਂਦੇ ਆ। ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਵੀ ਜਿਹੜੇ ਵੀ ਜੀਵ ਇਹਨਾਂ ਨੂੰ ਪੜ੍ਹਨਗੇ, ਇਹਨਾਂ ਨੂੰ ਗਾਉਣਗੇ ਜਾਂ ਵਿਚਾਰਨਗੇ, ਇਹਨਾਂ ਨੂੰ ਤਿੰਨ ਚਾਰ ਵਿਚਾਰ, ਉਹਨਾਂ ਦੀ ਕੀ ਆ, ਉਹਨਾਂ ਦੇ ਜਿਹੜੇ ਵਿਚਾਰ ਆ ਉਹ ਸੁੰਦਰ ਹੋ ਜਾਣਗੇ, ਉਹ ਸੁਖੀ ਹੋ ਜਾਣਗੇ ਸੰਸਾਰ ਦੇ ਵਿੱਚ। ਭਾਉ ਭਗਤ ਕਰ ਨੀਚ ਸਦਾਏ, ਤੋ ਨਾਨਕ ਮੁਖ ਅੰਤਰ ਪਾਏ। ਕਿਉਂਕਿ ਜਦੋਂ ਦੁੱਖ ਅਤੇ ਸੁੱਖ ਜੀਵ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਹੀ ਮਹਿਸੂਸ ਕਰਦਾ ਆ। ਹੁਣ ਪਾਤਸ਼ਾਹ ਜੀ ਕਹਿੰਦੇ ਆ ਵੀ ਜੋ ਚੌਥਾ ਪਦ ਆ, ਭਾਉ ਭਗਤ ਕਰ ਨੀਚ ਸਦਾਏ, ਭਾਉ ਪ੍ਰੇਮ ਨਾਲ, ਜੀਵ ਪ੍ਰੇਮ ਨਾਲ ਉਹਦੀ ਭਗਤੀ ਕਰੇ, ਅਤੇ ਪ੍ਰੇਮ ਨਾਲ ਭਗਤੀ ਕਰਕੇ ਕੀ ਕਰੇ, ਨੀਚ ਸਦਾਏ। ਬਈ ਇਹ ਮੈਂ ਨਹੀਂ ਕਰਨ ਦੀ ਸਮਰੱਥਾ ਸੀ ਮੇਰੀ, ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਮੇਰੇ ਤੋਂ ਕਰਾ ਲੈਂਦੇ ਆ। ਕਿਉਂਕਿ ਪ੍ਰੇਮ ਇੱਕ ਅਵਸਥਾ ਜੋ ਗੁਰੂ ਪਿਤਾ ਜੀ ਬਖਸ਼ਦੇ ਆ। ਤਉ ਨਾਨਕ ਮੁਖ ਅੰਤਰ ਪਾਏ, ਪਾਤਸ਼ਾਹ ਜੀ ਕਹਿੰਦੇ ਤਾਂ ਜੀਵ ਮੋਖ ਅੰਤਰ ਪਾਏ, ਤਾਂ ਮੋਖ ਦਾ ਦਾਰਾ ਜਿਹੜਾ ਉਹਨੂੰ ਆਪਦੇ ਅੰਦਰ ਪ੍ਰਾਪਤ ਹੋ ਜਾਂਦਾ। ਜਦੋਂ ਉਹ ਪ੍ਰੇਮ ਨਾਲ ਭਗਤੀ ਕਰੂਗਾ ਤਾਂ ਜੀਵ ਨੂੰ ਮੁਕਤੀ ਦਾ ਦਾਰਾ, ਉਸ ਦੀ ਪ੍ਰਾਪਤੀ ਹੋ ਜਾਊਗੀ। ਅਤੇ ਇਸ ਸ਼ਬਦ ਨੂੰ ਪੜ੍ਹਦੇ ਹਾਂ, ਇਸ ਦੀ ਵਿਚਾਰ ਕਰਦੇ ਹਾਂ, ਕਿਉਂਕਿ ਸ਼ਬਦ ਜੋ ਚਾਰੇ ਯੁੱਗਾਂ ਦੀ ਬਾਤ ਕਰਦੇ, ਪਾਤਸ਼ਾਹ ਬਹੁਤ ਡੂੰਘੀ ਬਾਤ ਕਰਦੇ ਆ। ਮੱਤ ਛੋਟੀ ਆ, ਉੱਤੇ ਰਹਿੰਦੀ ਆ। ਜਿੰਨੀ ਗੁਰੂ ਪਿਤਾ ਜੀ ਬਖਸ਼ਿਸ਼ ਕਰਦੇ ਆ, ਉਹਨਾਂ ਦਾ ਕੋਟਾਨ ਕੋਟ ਸ਼ੁਕਰ ਹੈ ਜਿਸ ਵੀ ਰੂਪ 'ਚ ਆ ਕੇ ਉਸ ਮੱਤ ਬਖਸ਼ਦੇ ਆ। ਅਤੇ ਇਸ ਨੂੰ ਪੜ੍ਹਦੇ ਹਾਂ, ਇਸ ਨੂੰ ਵਿਚਾਰਦੇ ਹਾਂ। ਬੇਅੰਤ ਭੁੱਲਾਂ ਹੋਈਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੋਂ ਤੋਂ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।